लो जी, मेरे पाकिस्तानी नवाज शरीफ भी बड़ी बुरी तरह फस गया है। ਉਹਨੂੰ ਸਮਝ ਨਹੀਂ ਆ ਰਹੀ ਕਿ ਮੈਂ ਸਵਿਟਜ਼ਰਲੈਂਡ ਤੋਂ ਵਾਪਸ ਤੇ ਆ ਗਿਆ ਤੇ ਹੁਣ ਵਾਪਸ ਆ ਕੇ ਜਿਹੜੀ ਡੀਲ ਹੈ ਐਕਸਟੈਂਸ਼ਨ ਦੀ ਫੀਲਡ ਮਾਰਸ਼ਲ ਜਨਰਲ ਸੈਦ ਆਸਮ ਮਨੀਰ ਨਾਲ ਉਹ ਮੈਨੂੰ ਕਰਨੀ ਪੈਣੀ ਤੇ ਜੇ ਮੈਂ ਨਾ ਕੀਤੀ ਤੇ ਮੈਨੂੰ ਤੇ ਇਹ ਨਸਣ ਨਹੀਂ ਦੇਗਾ ਤੇ ਇਹ ਤੇ ਮੇਰੀ ਲੱਤ ਨੂੰ ਪਾ ਕੇ ਰੱਸੀ ਤੇ ਮੈਨੂੰ ਬੰਨ ਦੇਗਾ ਪਾਵੇ ਦੇ ਨਾਲ ਤੇ ਮੈਂ ਜਿਹੜਾ ਨਾ ਆਪਣਾ ਇਥੋਂ ਕਿਸ ਤਰ੍ਹਾਂ ਨਸਾਂ। ਉਹ ਸੋਚ ਰਿਹਾ ਹੈ ਨਵਾਜ਼ ਸ਼ਰੀਫ ਕਿ ਮੇਰੀ ਲਾਈਫ ਦੀ ਸਭ ਤੋਂ ਵੱਡੀ ਇਹ ਗਲਤੀ ਹੈ ਕਿ ਜਿਹੜੀ ਮੈਂ ਆਪਣੀ ਬੇਟੀ ਦੀ ਗੱਲ ਮੰਨੀ ਔਰ ਮੈਂ ਚੰਗਾ ਭਲਾ ਨਸ ਗਿਆ ਸੀ ਸਵਿਟਜ਼ਰਲੈਂਡ। ਬੜੇ ਆਰਾਮ ਨਾਲ ਮੈਂ 7 ਸਟਾਰਾਂ ਦੇ ਹੋਟਲ ਜਿਹੜਾ ਸੀ 7 ਸਟਾਰ ਉਹਦੇ 'ਚ ਮੈਂ ਲੰਮਾ ਪਿਆ ਸੀ ਤੇ ਇਹਨਾਂ ਨੇ ਕਿਹਾ ਕਿ ਨਹੀਂ ਤੂੰ ਆ ਜਾ, ਨਹੀਂ ਤੇ ਖਾਨ ਬਾਹਰ ਆ ਗਿਆ ਨਾ ਤੇ ਫਿਰ ਬੱਚਤ ਕੋਈ ਨਹੀਂ ਤੇ ਮੇਰੀ ਬਰਥਡੇ ਵੀ ਹੈ ਤੇ ਤੂੰ ਆ ਜਾ। ਤੇ ਉਹ ਫਿਰ ਬਰਥਡੇ ਦੇ ਬਹਾਨੇ ਬੁਲਾ ਕੇ ਤੇ ਨਵਾਜ਼ ਸ਼ਰੀਫ ਜਨਾਬ ਫੀਲਡ ਮਾਰਸ਼ਲ ਨੇ ਫਿਰ ਬੰਨ ਲਿਆ ਕਿੱਲੇ ਦੇ ਨਾਲ। ਉਹ ਨਵਾਜ਼ ਸ਼ਰੀਫ ਚਾਹੁੰਦਾ ਕਿ ਮੈਂ ਇੱਥੋਂ ਨਸ ਜਾ। ਉਹ ਨਵਾਜ਼ ਸ਼ਰੀਫ ਨੂੰ ਸਮਝ ਨਹੀਂ ਆ ਰਹੀ ਕਿ ਕਿੱਥੇ ਨਸਾਂ, ਨਸੇ ਤੇ ਕਿੱਧਰ ਨਸੇ, ਰਸਤਾ ਤੇ ਦੇ ਨਹੀਂ ਰਹੀ। ਜਨਰਲ ਸਾਹਿਬ ਆਂਦੇ ਨੇ ਨਾ ਭਾਈ ਹੁਣ ਤੂੰ ਆ ਗਿਆ ਤੇ ਹੁਣ ਮੇਰੀ ਐਕਸਟੈਂਸ਼ਨ ਦਾ ਜਿਹੜਾ ਨਾ ਤੂੰ ਲੱਤਾਂ ਮਾਰ ਰਿਹਾ ਨਾ ਉਹ ਮੈਨੂੰ ਪਤਾ ਤੇ ਤੂੰ ਇਹ ਐਕਸਟੈਂਸ਼ਨ ਦੇ ਕੇ ਜਾਣੀ ਹੈ। ਅਗਰ ਤੂੰ ਐਕਸਟੈਂਸ਼ਨ ਨਾ ਦਿੱਤੀ ਤੇ ਫਿਰ ਤੂੰ ਵੀ ਇੱਥੇ ਹੀ ਹੈ। ਫਿਰ ਅਸੀਂ ਤੁਹਾਨੂੰ ਸਾਰਿਆਂ ਨੂੰ ਫੜ ਕੇ ਨਾ ਅੰਦਰ ਕਰ ਲੈਣਾ ਤੇ ਖਾਨ ਨੂੰ ਅਸੀਂ ਬਾਹਰ ਕੱਢ ਕੇ ਤੇ ਤੁਹਾਡੇ ਸਿਰ ਤੇ ਸਵਾਰ ਕਰ ਦੇਣਾ। ਤੇ ਖਾਨ ਤੇ ਦਲੇਰ ਆਦਮੀ ਹੈ ਤੇ ਉਹਨੇ ਤੇ ਮੁਕਾਬਲਾ ਕਰ ਲਿਆ ਤੇ ਤੁਸੀਂ ਮਾਰ ਦਿਓ ਚੀਹਾਂ, ਫਿਰ ਅਸੀਂ ਤੁਹਾਨੂੰ ਜਾਣ ਬਾਹਰ ਵੀ ਨਹੀਂ ਦੇਣਾ ਤੇ ਜਿਹੜੀਆਂ ਡੀਲਾਂ ਨੇ ਉਹ ਵੀ ਖਤਮ ਹੋ ਜਾਣੀਆਂ ਤੇ ਇੱਥੇ ਹੀ ਐਕਸਟੈਂਸ਼ਨ ਦੇਣੀ ਤੇ 2 ਸਾਲ ਦੀ ਤੇ ਫਿਰ ਗੱਲ ਹੋਵੇਗੀ ਕਿ ਤੁਹਾਨੂੰ ਅਸੀਂ ਕਿਹੜੀ ਪੋਸਟ ਦੇਣੀ ਹੈ ਤੇ ਤੁਸੀਂ ਕਿਸ ਤਰ੍ਹਾਂ ਸਾਡੇ ਨਾਲ ਚੱਲਦੇ ਹੋ। ਨਵਾਜ਼ ਸ਼ਰੀਫ ਇੱਕ ਚਲਿਆ ਕਾਰਤੂਸ ਰਹਿ ਗਿਆ ਜਿਹਦੇ 'ਚ ਕੋਈ ਤਾਕਤ ਨਹੀਂ, ਜਿਹਦੇ ਵਿਊਅਰ ਦੀ ਤਾਦਾਦ ਵੀ ਤੁਸੀਂ ਦੇਖੋ 3-4 ਹਜ਼ਾਰ ਤੋਂ ਜ਼ਿਆਦਾ ਬੰਦੇ ਨਹੀਂ ਦੇਖਦੇ ਤੇ ਉਹਦੇ ਕੋਲ ਕੋਈ ਕਿਸੇ ਕਿਸਮ ਦੀ ਪੋਸਟ ਵੀ ਨਹੀਂ ਉਹਨੂੰ ਦੇ ਰਹੇ, ਉਹਦਾ ਵੀ ਨਹੀਂ ਦੇ ਰਹੇ ਕੋਈ। ਉਹਦੇ ਉਹ ਜੇ ਕੁਝ ਚਾਹੁੰਦਾ ਮੈਨੂੰ ਵਜ਼ੀਰ ਆਜ਼ਮ ਬਣਾ ਦਿਓ ਉਹ ਬਣਾਉਣ ਨੂੰ ਤਿਆਰ ਨਹੀਂ। ਵਜ਼ੀਰ ਆਲਾ ਉਹ ਵੀ ਨਹੀਂ ਬਣਾਉਣ ਨੂੰ ਤਿਆਰ ਇਹਨੂੰ ਤੇ ਫਿਰ ਉਹ ਕੀ ਬਣਾ ਲਓ ਆਂਦੇ ਬਸ ਤੂੰ ਚੁੱਪ ਕਰਕੇ ਲਗਾ ਫਿਰ ਤੂੰ ਆਪਣਾ ਬਸ ਠੀਕ ਹੈ ਸਦਰ ਬਣਿਆ ਤੇ ਤੂੰ ਆਪਣਾ ਆਰਾਮ ਦੇ ਨਾਲ ਗਿਣਤੀਆਂ ਕਰ ਤੇ ਡਾਲਰਾਂ ਦੀਆਂ ਤੇ ਸਾਨੂੰ ਦੇਈ ਚੱਲ। ਇਹ ਕੈਸ਼ੀਅਰ ਬਣਾਇਆ ਨੇ ਐਸੇ ਨਵਾਜ਼ ਸ਼ਰੀਫ ਨੂੰ। ਇਹ ਘਰ ਬਹਿ ਕੇ ਨਾ ਬਸ ਉਹ ਜਰਨੈਲਾਂ ਵਾਸਤੇ ਪੈਸੇ ਗਿਣਦਾ ਰਹਿੰਦਾ। ਉਹ ਪੈਸਾ ਉਹਨਾਂ ਨੂੰ ਗਿਣ ਕੇ ਦਿੰਦਾ ਕਿ ਭਾਈ ਜੀ ਇਹ ਐਨੇ ਅਰਬ ਜੇ, ਇਹ ਐਨੇ ਮਿਲੀਅਨ ਜੇ ਤੇ ਇਹ ਤੁਸੀਂ ਇਹ ਜਰਨਲ ਨੂੰ ਐਨੇ ਪੈਸੇ ਦੇ ਦਿਓ ਤੇ ਇਹਨੂੰ ਕਰਨਲ ਨੂੰ ਐਨੇ ਦੇ ਦਿਓ, ਇਹਨੂੰ ਐਨੇ ਦੇ ਦਿਓ। ਇਹ ਕੈਸ਼ੀਅਰ ਰੱਖਿਆ, ਇਹ ਆਰਮੀ ਵਾਲਿਆਂ ਨੇ ਇਹਨੂੰ ਕੈਸ਼ੀਅਰ ਰੱਖਿਆ ਕਿ ਤੁਸੀਂ ਸਿਰਫ ਪੈਸੇ ਗਿਣਨੇ ਨੇ। ਜਿਸ ਵੇਲੇ ਪੈਸਾ ਬਾਹਰੋਂ ਆਂਦਾ ਕਿਧਰੋਂ ਆਂਦਾ ਜਾਂ ਕੋਈ ਬੈਗਾਂ 'ਚ ਪਾ ਕੇ ਦਿੰਦੇ ਤੇ ਇਹ ਦੇ ਗਏ ਉਹ ਢੇਰ ਲਾ ਦਿੰਦੇ ਕਿ ਤੂੰ ਭਾਈ ਗਿਣਤੀ ਕਰ ਲੈ ਤੇ ਇਹ ਗਿਣਤੀਆਂ ਛਿੱਤੀਆਂ ਕਰਦਾ ਤੇ ਉਹਨਾਂ 'ਚੋਂ ਵੰਡਦਾ ਰਹਿੰਦਾ। ਇਹਦੀ ਡਿਊਟੀ ਅੱਜ ਕੱਲ੍ਹ ਹੋਰੇ ਕੁਝ ਵੀ ਨਹੀਂ ਕਰ ਸਕਦਾ, ਇਹਦੇ ਕੋਲ ਕੋਈ ਕੰਮ ਹੁੰਦਾ ਹੀ ਨਹੀਂ। ਹੁਣ ਇਹ ਨਸਣਾ ਚਾਹੁੰਦਾ ਤੇ ਨਸਣ ਉਹ ਦਿੰਦੇ ਨਹੀਂ ਪਏ ਤੇ ਬੁਰੀ ਤਰ੍ਹਾਂ ਫਸ ਗਿਆ ਤੇ ਵੇਖਦਾ ਆਪਣੀ ਬੇਟੀ ਮਰੀਮ ਨਵਾਜ਼ ਵੱਲ ਕਿ ਮੈਨੂੰ ਕਿੱਥੇ ਬੁਲਾ ਲਈ, ਮੈਂ ਹੁਣ ਕਿਸ ਤਰੀਕੇ ਦੇ ਨਾਲ ਕੋਈ ਐਸੀ ਅਪੁਆਇੰਟਮੈਂਟ ਕੱਢਾਂ ਹਾਰਲੀ ਸਟਰੀਟ ਲੰਡਨ ਤੋਂ ਕਿ ਡਾਕਟਰ ਫੌਰਨ ਤੋਂ ਪਹਿਲੇ ਆਖਣ ਕਿ ਤੂੰ ਇੰਨੇ ਘੰਟਿਆਂ 'ਚ ਪਹੁੰਚ ਤੇ ਫਿਰ ਹੋ ਸਕਦਾ ਜਨਰਲ ਸੈਦ ਆਸਮ ਮਨੀਰ ਮੈਨੂੰ ਜਾਣਦੇ। ਮਗਰ ਜਨਰਲ ਆਸਮ ਮਨੀਰ ਨੇ ਵੀ ਪੱਕਾ ਤਾਲਾ ਲਾਇਆ, ਪੱਕਾ। ਉਹ ਜੈਸੇ ਅਮਿਤਾਭ ਬੱਚਨ ਨਹੀਂ ਕਹਿੰਦਾ ਤਾਲਾ ਲਗਾ ਲਓ, ਤਾਲਾ ਲਾ ਲਓ ਤੇ ਤਾਲਾ ਲਾ ਲਿਆ ਉਹਨੇ ਵੀ। ਉਹਨੇ ਆਖਿਆ ਨਾ ਹਿੱਲ ਨਹੀਂ ਸਕਦਾ ਤੂੰ ਜਿਕਣ ਤੁਸੀਂ ਇਸ ਤੋਂ ਪਹਿਲੇ ਜਰਨੈਲਾਂ ਨਾਲ ਧੋਖੇ ਕਰਦੇ ਰਹੇ ਹੋ ਤੇ ਤੁਸੀਂ ਭਾਈ ਮੌਜਾਂ ਕਰਕੇ ਤੇ ਮੈਨੂੰ ਤੁਸੀਂ ਫਸਾ ਕੇ ਤੇ ਮੇਰੇ ਕੋਲ ਸਾਰੀ ਆਵਾਮ ਨੂੰ ਮਰਵਾ ਕੇ ਜੁੱਤੀਆਂ ਤੇ ਖਾਨ ਨੂੰ ਮੇਰੇ ਕੋਲ ਅੰਦਰ ਕਰਾ ਕੇ ਹੁਣ ਮੈਨੂੰ ਕੱਲਿਆਂ ਛੱਡ ਕੇ ਤੇ ਤੁਸੀਂ ਨੱਸ ਜਾਓ ਤੇ ਮੈਂ ਕਿੱਧਰ ਜਾਵਾਂਗਾ, ਇਹ ਤੇ ਨਹੀਂ ਹੋ ਸਕਦਾ। ਉਹਨੇ ਆਖਿਆ ਹੁਣ ਤੇ ਉਹਨੇ ਆਖਿਆ ਕੰਮ ਗਿਆ।